ਜਿਹੜੇ ਫਾਰਮਾਸਿਸਟ ਨੇ ਉੱਥੇ ਅਗਲੇ ਸਾਲ ਤੋਂ ਜਾਣੀ ਕਿ 1 ਜਨਵਰੀ 2023 ਤੋਂ ਉਹ ਦਵਾਈ ਲਿਖ ਸਕਦੇ ਆ ਓਨਟਾਰੀਓ ਦੇ ਵਿੱਚ। ਤੇ ਜੇ ਮੰਨ ਲਓ ਤੁਸੀਂ ਡਾਕਟਰ ਦੇ ਕੋਲ ਜਾਂਦੇ ਹੋ, ਤੁਹਾਡਾ ਟ੍ਰਿਪ ਬਚ ਸਕਦਾ ਜੇ ਤੁਸੀਂ ਫਾਰਮਾਸਿਸਟ ਦੇ ਕੋਲ ਚਲੇ ਜਾਓ। ਫਾਰਮਾਸਿਸਟ ਨੂੰ ਓਨਟਾਰੀਓ ਦੇ ਵਿੱਚ ਨਵੀਆਂ ਪਾਵਰਸ ਮਿਲ ਜਾਣੀਆਂ ਜਨਵਰੀ 1 2023 ਤੋਂ, ਔਰ ਉਹਨਾਂ ਨੂੰ ਅਲਾਓ ਕਰ ਦੇਣਾ ਕਿ ਤੁਸੀਂ ਦਵਾਈ ਲਿਖ ਸਕਦੇ ਆ 13 ਬਿਮਾਰੀਆਂ ਦੇ ਲਈ, ਜਿਹੜੀਆਂ ਛੋਟੀਆਂ ਬਿਮਾਰੀਆਂ ਆ ਜਿਹਦੇ ਵਿੱਚ ਕੋਈ ਇਨਫੈਕਸ਼ਨ ਆ, ਕੋਈ ਯੂਰੀਨਰੀ ਟਰੈਕ ਦੀ ਇਨਫੈਕਸ਼ਨ ਆ, ਜਾਂ ਤੁਹਾਨੂੰ ਟਿਕ ਬਾਈਟਸ ਆ, ਜਾਂ ਤੁਹਾਡੇ ਕੋਲਡ ਸੋਰ ਆ, ਜਾਂ ਡਰਮੇਟਾਈਟਿਸ ਆ, ਕੁਛ ਇੱਦਾਂ ਦੀਆਂ ਜਿਹੜੀਆਂ ਖੰਘ ਜ਼ੁਕਾਮ ਆ, ਇਹਦੇ ਲਈ ਜੇ ਤੁਹਾਨੂੰ ਦਵਾਈ ਦੀ ਲੋੜ ਆ 13 ਜਿਹੜੀਆਂ ਮਾਈਨਰ ਜਿਹੜੀਆਂ ਬਿਮਾਰੀਆਂ ਨੇ ਉਹਨਾਂ ਦੇ ਲਈ ਇਹ ਦਵਾਈ ਲਿਖ ਸਕਣਗੇ। ਇੱਕ ਬਹੁਤ ਵੱਡੀ ਗੱਲ ਆ। 5 ਹਫ਼ਤੇ ਰਹਿੰਦੇ ਆ ਇਸ ਚੇਂਜਸ ਦੇ ਵਿੱਚ, ਪਰ ਹਜੇ ਤੱਕ ਗੱਲਬਾਤ ਬਹੁਤੀ ਕਲੀਅਰ ਨਹੀਂ ਹੋਈ ਕਿ ਓਨਟਾਰੀਓ ਦੇ ਵਿੱਚ ਜਿਹੜੀ ਇਹਦੀ ਸਰਵਿਸ ਦੇ ਲਈ ਆਊਟ ਆਫ ਪਾਕਟ ਪੇ ਕਰਨਾ ਪਊਗਾ ਜਾਂ, ਕਿਉਂਕਿ ਫਾਰਮਾਸਿਸਟ ਅਜੇ ਵੀ ਵੇਟ ਕਰ ਰਹੇ ਇਸ ਡਿਟੇਲ ਦੀ ਮਿਨਿਸਟਰੀ ਆਫ ਹੈਲਥ ਤੋਂ, ਜਿਨ੍ਹਾਂ ਨੂੰ ਹਜੇ ਤੱਕ ਇਹਦੇ ਬਾਰੇ ਗੱਲ ਕਲੀਅਰ ਨਹੀਂ ਹੈ। ਫਾਰਮਾਸਿਸਟ ਦੇਖ ਰਹੇ ਆ ਕਿ ਜਿਹੜੇ ਪੇਸ਼ੈਂਟਸ ਨੇ ਜਨਵਰੀ ਦੇ ਵਿੱਚ ਉਹਨਾਂ ਨੇ ਦੇਖਣੇ ਆ, ਅਤੇ ਉਹਦੀ ਡਿਟੇਲ ਕੀ ਹੋਣੀ ਹੈ। ਇਹ ਇੱਕ ਕਹਿੰਦੇ ਚੈਲੰਜਿੰਗ ਹੈਗਾ ਸਾਡੇ ਲਈ, ਕਿਉਂਕਿ ਇਨਫੋਰਮੇਸ਼ਨ ਸਾਡੇ ਕੋਲ ਪੂਰੀ ਨਹੀਂ। ਇਹਨਾਂ ਤਾਂ ਕਹਿ ਦਿੱਤਾ ਵੀ ਆਹ 13 ਬਿਮਾਰੀਆਂ ਆ ਜਿਹਦੇ ਕਰਕੇ ਤੁਸੀਂ ਇਹਨਾਂ ਨੂੰ ਦੇਖਣਾ। ਹੁਣ ਉਹ ਫੰਡਿੰਗ ਕਿੱਥੋਂ ਆਉਣੀ, ਪੇਸ਼ੈਂਟ ਨੇ ਪੈਸੇ ਦੇਣੇ, ਕੀ ਕਰਨਾ ਆ, ਕਿਹਨੇ ਉਹਨੂੰ ਕਵਰ ਕਰਨਾ ਆ, ਇਹਦੇ ਬਾਰੇ ਹਜੇ ਤੱਕ ਗੱਲ ਕਲੀਅਰ ਨਹੀਂ। ਕਿਉਂ ਫਾਰਮਾਸਿਸਟਾਂ ਨੂੰ ਕਿਉਂ ਕਹਿ ਦਿੱਤਾ ਇਹਨਾਂ ਨੇ ਕਿ ਡਾਕਟਰ ਕੋਲ ਨਾ ਜਾਓ, ਤੁਸੀਂ ਫਾਰਮਾਸਿਸਟ ਕੋਲੋਂ ਹੀ ਦਵਾਈ ਲੈ ਲਓ? ਕਿਉਂਕਿ ਪ੍ਰਾਇਮਰੀ ਕੇਅਰ ਫਿਜ਼ੀਸ਼ੀਅਨ ਦੇ ਕੋਲੇ ਲੋਡ ਬਹੁਤ ਆ। ਐਮਰਜੈਂਸੀ ਡਿਪਾਰਟਮੈਂਟ ਇਸ ਵੇਲੇ ਭਰੇ ਪਏ ਆ, ਫੈਮਿਲੀ ਫਿਜ਼ੀਸ਼ੀਅਨ ਲੋਕਾਂ ਨੂੰ ਲੱਭਦੇ ਨਹੀਂ ਆ। 13 ਲੱਖ ਦੇ ਕਰੀਬ ਦੱਸਦੇ ਆ ਓਨਟਾਰੀਓ ਦੇ ਵਿੱਚ ਇਹੋ ਜਿਹੇ ਲੋਕ ਆ ਜਿਨ੍ਹਾਂ ਦੇ ਕੋਲੇ ਡਾਕਟਰ ਹੈ ਨਹੀਂ। ਅਤੇ ਉਹਦੇ ਲਈ ਫਿਰ ਹੱਲ ਇੱਕੋ ਹੀ ਆ ਕਿ ਜਿੰਨੇ ਚਿਰ 'ਚ ਡਾਕਟਰ ਰੱਖੇ ਜਾਣੇ ਆ ਜਾਂ ਉਹ ਜਗ੍ਹਾ ਭਰਨੀ ਆ, ਉਹਨੇ ਚਿਰ ਦੇ ਵਿੱਚ ਕੁਛ ਨਾ ਕੁਛ ਕਰ ਲਿਆ ਜਾਵੇ ਅਤੇ ਫਿਰ ਉਹਦੇ ਨਾਲ ਸਮੱਸਿਆ ਹੱਲ ਹੋ ਜਾਵੇ। 10 ਚੋਂ 1 ਬੰਦੇ ਕੋਲੇ ਉੱਥੇ ਡਾਕਟਰ ਹੈ ਨਹੀਂ। ਅਤੇ ਇਸ ਸਾਰੇ ਕੁਐਸਚਨ ਨੂੰ ਟਾਰਗੇਟ ਕਰਨ ਦੇ ਲਈ ਉਹਨਾਂ ਨੇ ਇਹ ਸ਼ੁਰੂ ਕੀਤਾ ਆ, ਅਤੇ ਡਾਇਰੈਕਟਲੀ ਮਤਲਬ ਉਹਨਾਂ ਨੂੰ ਮਰੀਜ਼ ਨੂੰ ਜਿਹੜਾ ਫਾਇਦਾ ਹੋ ਜਾਊਗਾ, ਡਾਕਟਰਾਂ ਦੇ ਉੱਤੇ ਜਿਹੜੀ ਉਹ ਘਾਟ ਹੋ ਜਾਊਗੀ। ਅਤੇ ਦੂਜਾ ਹੈਗਾ ਆ ਕਿ ਪਰ ਦੂਜੇ ਪਾਸੇ ਜਿਹੜੇ ਫਾਰਮਾਸਿਸਟ ਆ ਉਹਨਾਂ ਕੋਲੇ ਵੀ ਕੰਮ ਬਹੁਤ ਆ ਉਹਨਾਂ ਦੇ ਲਈ, ਕਿਉਂਕਿ ਜਿਹੜਾ ਉਹ ਕੰਮ ਉਹ ਕਰ ਰਹੇ ਆ, ਕਿਸ ਤਰੀਕੇ ਨਾਲ ਕਿਹੜੇ ਰੈਗੂਲੇਸ਼ਨਸ ਦੇ ਅੰਡਰ ਉਹਨਾਂ ਨੇ ਇਹਨੂੰ ਪ੍ਰਸਕ੍ਰਾਈਬ ਕਰਨਾ ਆ, ਕਿਹੜਾ ਉਹਦਾ ਫਾਰਮਾਸਿਸਟ ਨੂੰ ਕੋਈ ਖਾਸ ਕੋਰਸ ਕਰਨਾ ਪਊਗਾ ਇਹਦੇ ਲਈ ਮੈਂਡੇਟਰੀ, ਕੋਈ ਜਿਹੜਾ ਹੈਗਾ ਜਿਹਦੇ ਵਿੱਚ ਓਨਟਾਰੀਓ ਦੀ ਇਹਦੇ ਮਾਮਲੇ ਦੇ ਵਿੱਚ ਦੱਸਿਆ ਜਾਊਗਾ, ਜਾਂ ਹੁਣ ਉਹ ਇੰਜੈਕਸ਼ਨ ਲਾ ਸਕਦੇ ਆ, ਕੀ ਕਰ ਸਕਦੇ ਆ। ਔਰ ਦੂਜੇ ਪ੍ਰੋਵਿੰਸਿਸ ਦੇ ਵਿੱਚ ਆਲਰੇਡੀ ਜਿੱਦਾਂ ਅਲਬਰਟਾ ਦੇ ਵਿੱਚ ਆ, ਉੱਥੇ ਫਾਰਮਾਸਿਸਟ ਨੂੰ ਪਹਿਲਾਂ ਅਲਾਓ ਕੀਤਾ ਆ ਕਿ ਤੁਸੀਂ ਦਵਾਈਆਂ ਨਾਰਕੋਟਿਕਸ ਨੂੰ ਛੱਡ ਕੇ ਬਾਕੀ ਜਿਹੜੇ ਜਾਂ ਕੰਟਰੋਲਡ ਸਬਸਟੈਂਸਿਸ ਨੇ ਉਹਨਾਂ ਨੂੰ ਛੱਡ ਕੇ 2007 ਤੋਂ ਉਹਨਾਂ ਨੇ ਕਿਹਾ ਆ ਵੀ ਤੁਸੀਂ ਜਿਹੜੀ ਦਵਾਈ ਹੈ ਇਹ ਦੇ ਸਕਦੇ ਆ। ਅਤੇ ਬਹੁਤ ਸਾਰੇ ਲੋਕ ਆ ਜਿਹੜੇ ਇਸ ਗੱਲ ਦਾ ਫਾਇਦਾ ਉਠਾਉਂਦੇ ਆ। ਵੱਖ-ਵੱਖ ਪ੍ਰੋਵਿੰਸਿਸ ਦੇ ਵੱਖ-ਵੱਖ ਰੂਲਸ ਨੇ। ਇਸ ਵੇਲੇ ਓਨਟਾਰੀਓ ਦੇ ਵਿੱਚ 1 ਜਨਵਰੀ ਤੋਂ ਫਾਰਮਾਸਿਸਟ ਤੁਹਾਨੂੰ ਦਵਾਈ ਦੇ ਸਕਦੇ ਆ। ਡਾਕਟਰ ਦੀ ਕੋਲ ਜਾਣ ਦੀ ਬਜਾਏ ਤੁਸੀਂ ਫਾਰਮਾਸਿਸਟ ਤੋਂ ਦਵਾਈ ਲੈ ਸਕਦੇ ਆ। ਪਰ 13 ਦਵਾਈਆਂ ਦੇ ਲਈ ਮਾਮਲਾ ਅਜੇ ਤੱਕ ਫਾਰਮਾਸਿਸਟਾਂ ਦਾ ਇਹ ਆ ਕਿ ਸਾਨੂੰ ਹਜੇ ਤੱਕ ਕਲੀਅਰ ਨਹੀਂ ਹੈ ਕਿ ਇਹਦੇ ਨਿਯਮ ਕਿਹੜੇ ਹੋਣਗੇ। ਉਹ ਕਲੈਰਿਟੀ ਹੋਣੀ ਬਹੁਤ ਜ਼ਰੂਰੀ ਹੈ। ਪਿਛਲੇ ਸਮੇਂ ਦੇ ਵਿੱਚ ਹਵਾਈ ਜਹਾਜ਼ਾਂ ਦੇ ਵਿੱਚ ਜਿਹੜੀ ਹਵਾਈ ਯਾਤਰਾ ਸੀ ਉਹਨੂੰ ਕਰਨ ਦੇ ਵਿੱਚ ਲੋਕਾਂ ਦਾ ਰੁਝਾਨ ਵਧਿਆ। ਲੋਕ ਕਰੋਨਾ ਤੋਂ ਬਾਅਦ ਨਿਕਲੇ, ਜਦੋਂ ਰੁਝਾਨ ਵਧਿਆ ਅਤੇ ਲੋਕਾਂ ਦੀਆਂ ਸ਼ਿਕਾਇਤਾਂ ਵੀ ਬਹੁਤ ਵਧੀਆਂ। ਕੈਨੇਡੀਅਨ ਟਰਾਂਸਪੋਰਟੇਸ਼ਨ ਏਜੰਸੀ ਨੇ ਦੱਸਿਆ ਕਿ ਜਿਹੜੀਆਂ ਫਲਾਈਟਾਂ ਕੈਂਸਲ ਹੋਈਆਂ ਸੀ ਜਾਂ ਡਿਲੇ ਹੋਈਆਂ ਸੀ, ਲੋਕਾਂ ਦਾ ਸਮਾਨ ਗੁਆਚ ਗਿਆ ਸੀ, ਇਹਦੇ ਨਾਲ ਸੰਬੰਧਿਤ ਜਿਹੜੀਆਂ ਕੰਪਲੇਂਟਸ ਸੀਗੀਆਂ ਉਹ ਬਹੁਤ ਜ਼ਿਆਦਾ ਹੋ ਗਈਆਂ। 18,000 ਸਮਰ ਦੇ ਵਿੱਚ ਸੀਗੀਆਂ ਅਤੇ ਉਹ ਵੱਧ ਕੇ ਕਹਿੰਦੇ 30,000 ਕੰਪਲੇਂਟਸ ਹੋ ਗਈਆਂ ਅਤੇ ਆਪਣੇ ਸਿਖਰ ਦੇ ਉੱਤੇ ਪਹੁੰਚ ਗਈਆਂ। ਕੈਨੇਡੀਅਨ ਟਰਾਂਸਪੋਰਟੇਸ਼ਨ ਏਜੰਸੀ ਜਾਣੀ ਕਿ CTA ਜਿਹੜੀ ਇੱਕ ਇਹਦੀ ਫੈਸਲਾ ਕਰਦੀ ਹੈ ਕਿ ਕੀ ਕਰਨਾ ਅਤੇ ਕੀ ਨਹੀਂ ਕਰਨਾ, ਉਹਦੇ ਵਿੱਚ ਜਿਹੜੇ ਏਅਰ ਪੈਸੰਜਰਸ ਸੀਗੇ ਉਹਨਾਂ ਨੇ ਸ਼ਿਕਾਇਤਾਂ ਬਹੁਤ ਸਾਰੀਆਂ ਆਪਣੀਆਂ ਦਰਜ ਕੀਤੀਆਂ ਸੀ ਅਤੇ ਇਹਨਾਂ ਨੂੰ ਕਿਹਾ ਗਿਆ ਸੀ, ਏਅਰਲਾਈਨਸ ਨੂੰ ਇਹਨਾਂ ਨੇ ਇਹ ਕਹਿ ਦਿੱਤਾ ਸੀ ਕਿ ਜੇ ਕਿਸੇ ਪੈਸੰਜਰ ਦੀ ਫਲਾਈਟ ਲੇਟ ਹੋਈ ਆ ਜਾਂ ਉਹਦੀ ਫਲਾਈਟ ਮਿਸ ਹੋ ਗਈ ਆ ਤਾਂ ਤੁਸੀਂ ਜਾਂ ਕੈਂਸਲ ਉਹਨੂੰ ਕਰਨੀ ਪਈ ਆ ਅਤੇ ਤੁਸੀਂ ਉਹਨੂੰ ਕੰਪਨਸੇਟ ਕਰੋ। ਜਿਹੜਾ ਪੈਸੰਜਰ ਆ ਉਹ ਏਅਰਪੋਰਟ ਦੇ ਉੱਤੇ ਜਾ ਕੇ ਖੜ੍ਹਾ ਹੋ ਗਿਆ, ਉਹਨੂੰ ਸਿਕਿਉਰਿਟੀ ਚੈੱਕ ਦੇ ਉੱਤੇ ਹੀ ਇੰਨਾ ਸਮਾਂ ਲੱਗ ਗਿਆ ਕਰਦੇ ਕਰਾਉਂਦੇ, ਉਦੋਂ ਤੱਕ ਉਹਦੀ ਫਲਾਈਟ ਚਲੇਗੀ। ਹੁਣ ਉਹ ਕਹਿੰਦਾ ਮੇਰਾ ਕਸੂਰ ਨਹੀਂ ਹੈ ਅਤੇ ਇੱਧਰੋਂ ਜਿਹੜੇ ਇਹਨਾਂ ਨੇ ਕਹਿ ਦਿੱਤਾ ਸੀ ਏਅਰਲਾਈਨਸ ਨੂੰ ਕਿ ਤੁਸੀਂ ਕੰਪਨਸੇਟ ਕਰੋ। ਏਅਰਲਾਈਨਸ ਕਹਿੰਦੀਆਂ ਕਿ ਸਾਡੇ ਵੱਸ 'ਚ ਹੀ ਨਹੀਂ ਹੈ ਸਾਰਾ ਕੁਛ, ਕਿ ਅਸੀਂ ਇਹਨੂੰ ਨਹੀਂ ਕੰਟਰੋਲ ਕਰ ਸਕਦੇ। ਸਿਕਿਉਰਿਟੀ ਵਾਲੀ ਅਲੱਗ ਕੰਪਨੀ ਨੂੰ ਠੇਕਾ ਦਿੱਤਾ ਆ, ਬਾਕੀ ਠੇਕੇ ਅਲੱਗ ਥਾਵਾਂ ਦੇ ਉੱਤੇ ਆ ਅਤੇ ਤੁਸੀਂ ਸਾਰੇ ਦਾ ਸਾਰਾ ਬੋਝ ਸਾਡੇ ਉੱਤੇ ਨਹੀਂ ਪਾ ਸਕਦੇ। ਵੈਸਟਜੈਟ ਏਅਰ ਕੈਨੇਡਾ ਪੈਸੰਜਰਸ ਨੂੰ ਮਤਲਬ ਉਹ ਆਪਣੀ ਲੜਾਈ ਲੜ ਰਹੇ ਸੀ, ਉਹਨਾਂ ਨੂੰ ਕਿਹਾ ਸੀ ਕਿ ਤੁਸੀਂ $1000 ਇਹਨਾਂ ਨੂੰ
ਕੰਪਨਸੇਟ ਕਰੋ। ਤੇ ਉਹਨਾਂ ਨੇ ਇੱਕ ਕਾਨੂੰਨੀ ਲੜਾਈ ਸ਼ੁਰੂ ਕਰ ਦਿੱਤੀ ਸੀ ਇਸ ਆਰਡਰ ਨੂੰ ਜਿਹੜਾ ਇਹ ਕੰਪਨਸੇਟ ਕਰਨ ਦਾ ਸੀ ਉਹਨੂੰ ਓਵਰਟਰਨ ਕਰਨ ਦੇ ਲਈ। ਤੇ ਉਹ ਹੁਣ ਗੱਲ ਜਦੋਂ ਇਸ ਵੇਲੇ ਦਸੰਬਰ ਦੇ ਮਹੀਨੇ ਤੱਕ ਪਹੁੰਚ ਚੁੱਕੀ ਆ, ਦਸੰਬਰ ਮਹੀਨਾ ਸ਼ੁਰੂ ਹੋਣ ਵਾਲਾ ਆ, ਤਾਂ ਖਬਰ ਇਹ ਆ ਰਹੀ ਆ ਕਿ ਇਹ ਜਿਹੜੀਆਂ ਕੰਪਲੇਂਟਸ ਨੇ ਉਸੇ ਤਰ੍ਹਾਂ ਲੋਕਾਂ ਦੀਆਂ ਪਈਆਂ ਨੇ। ਬੈਕਲੌਗ ਬਹੁਤ ਵੱਡਾ ਆ ਤੇ ਇਹਨਾਂ ਦੇ ਕੋਲ ਪਿਛਲੇ ਹਫਤੇ CTA ਨੇ ਜਿਹੜਾ ਇਹ ਜਾਣਕਾਰੀ ਦਿੱਤੀ ਆ ਕਿ ਏਜੰਸੀ ਦੇ ਕੋਲ 19,000 ਕੰਪਲੇਂਟਸ ਆਈਆਂ ਅਪ੍ਰੈਲ ਤੋਂ ਬਾਅਦ, ਜਿਹੜੀਆਂ ਕਿ 7,000 ਜ਼ਿਆਦਾ ਆ। ਆਮ ਤੌਰ ਤੇ 12,000 ਕੰਪਲੇਂਟ ਇਹਨਾਂ ਨੂੰ ਮਿਲਦੀ ਆ ਬਾਕੀ ਸਾਲਾਂ ਦੇ ਵਿੱਚ। ਹੁਣ ਉਹਦਾ ਕੋਈ ਨਾ ਕੋਈ ਹੱਲ ਨਹੀਂ ਹੋ ਰਿਹਾ। ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਕੱਲ੍ਹ ਸੋਮਵਾਰ ਨੂੰ ਟਰਾਂਸਪੋਰਟੇਸ਼ਨ ਮਿਨਿਸਟਰ ਓਮਲ ਅਗਾਬਰਾ ਨੇ ਜਿਹੜੀ ਗੱਲਬਾਤ ਦਿੱਤੀ ਸੀ ਕਿ ਜਿਹੜੀ ਡੀਲ ਆ ਉਹ ਅਨਐਕਸੈਪਟੇਬਲ ਸਿਚੁਏਸ਼ਨ ਦੇ ਉੱਤੇ ਪਹੁੰਚੀ ਆ ਤੇ ਕਹਿੰਦੇ ਜਿਹੜਾ ਇਹ ਬੈਕਲੌਗ ਹੈ ਇਹਨੂੰ ਅਸੀਂ ਐਡਰੈਸ ਕਰ ਰਹੇ ਹਾਂ ਤੇ ਜਲਦੀ ਇਹਦਾ ਕੋਈ ਨਾ ਕੋਈ ਹੱਲ ਕਰਾਂਗੇ। ਪਰ ਅਜੇ ਤੱਕ ਲੋਕ ਫਰਸਟ੍ਰੇਟ ਨੇ ਕਿ ਉਹਨਾਂ ਨੂੰ ਉਡੀਕ ਬਹੁਤ ਸਾਰੀ ਇਸ ਗੱਲ ਕਰਕੇ ਕਰਨੀ ਪੈ ਰਹੀ ਹੈ। ਕਿੰਗ ਚਾਰਲਸ ਦੀ 3 ਦਿਨ ਦੀ ਵਿਜ਼ਿਟ ਸੀ ਇਸ ਸਾਲ ਰਾਇਲ ਟੂਰ ਆਫ ਕੈਨੇਡਾ, ਜਿਹੜੀ ਕੈਨੇਡੀਅਨ ਟੈਕਸ ਪੇਅਰ ਨੂੰ ਦੱਸਦੇ ਆ ਕਿ $1.4 ਮਿਲੀਅਨ ਦੇ ਵਿੱਚ ਪਈ ਆ। ਡਾਕੂਮੈਂਟਸ ਦੱਸ ਰਹੇ ਆ ਜਿਹੜੀ ਜਾਣਕਾਰੀ ਪ੍ਰਾਪਤ ਕੀਤੀ ਗਈ ਹੈ। ਤੁਹਾਨੂੰ ਪਤਾ ਕਿ ਹੁਣ ਉਹ ਗੱਲਾਂ ਬਾਤਾਂ ਨਹੀਂ ਰਹੀਆਂ। ਲੋਕ ਕੋਈ ਵੀ ਜਿਹੜੇ ਨਿਊਜ਼ ਗਰੁੱਪ ਨੇ ਜਾਣਕਾਰੀ ਲੈ ਲੈਂਦੇ ਕਿ ਫਲਾਣਾ VIP ਇੱਥੇ ਆਇਆ ਸੀ, ਉਹਦੇ ਉੱਤੇ ਕਿੰਨਾ ਖਰਚ ਹੋਇਆ ਤੇ ਕਿਸ ਗੱਲ ਦੇ ਉੱਤੇ ਖਰਚ ਹੋਇਆ। ਉਸ ਵੇਲੇ ਜਦੋਂ ਕੈਨੇਡਾ ਦੇ ਵਿੱਚ ਲੋਕ ਇਸ ਵੇਲੇ ਮਹਿੰਗਾਈ ਨਾਲ ਜੂਝ ਰਹੇ ਆ, ਲੋਕਾਂ ਨੇ ਆਪਣਾ ਖਾਣਾ ਘਟਾਤਾ, ਮੀਲ ਕੱਟ ਕਰਨੇ ਸ਼ੁਰੂ ਕਰ ਦਿੱਤੇ, ਫੂਡ ਬੈਂਕਾਂ ਦੇ ਉੱਤੇ ਪ੍ਰੈਸ਼ਰ ਆ, ਸਾਰੇ ਬੁਰੀ ਹਾਲਤ ਆ ਮਹਿੰਗਾਈ ਦੇ ਨਾਲ, ਨਾ ਸਮੱਸਿਆਵਾਂ ਦੇ ਨਾਲ ਜੂਝ ਰਹੇ ਆ। ਤੇ ਫਿਰ ਲੋਕ ਇਹ ਵੀ ਜਾਣਨਾ ਚਾਹੁੰਦੇ ਆ ਕਿ ਸਰਕਾਰ ਪੈਸਾ ਖਰਚ ਕਿੰਨੀ ਰਹੀ ਆ। 17 ਮਈ ਤੋਂ ਲੈ ਕੇ 19 ਮਈ ਤੱਕ 3 ਦਿਨ ਦਾ ਪ੍ਰਿੰਸ ਆਫ ਵੇਲਜ਼ ਇੱਥੇ ਨਿਊ ਫਾਊਂਡਲੈਂਡ, ਓਨਟਾਰੀਓ ਤੇ ਜਿਹੜੀਆਂ ਨਾਰਥ ਵੈਸਟ ਟੈਰੀਟਰੀਜ਼ ਆ ਉਹਨਾਂ ਦੇ ਵਿੱਚ 57 ਘੰਟੇ ਦੇ ਕਰੀਬ ਕਹਿੰਦੇ ਰਹੇ ਸੀ। ਤੇ ਇਹਦੇ ਵਿੱਚ ਮਤਲਬ 57 ਘੰਟੇ ਰਹੇ ਆ ਤਾਂ $1.4 ਮਿਲੀਅਨ ਦੇ ਹਿਸਾਬ ਨਾਲ ਉਹਨਾਂ ਦਾ ਇੱਥੇ ਰਹਿਣਾ $25,000 ਇੱਕ ਘੰਟੇ ਦਾ ਕੈਨੇਡਾ ਦੇ ਲੋਕਾਂ ਦੀਆਂ ਜੇਬਾਂ ਦੇ ਵਿੱਚੋਂ ਗਿਆ। ਮੰਨਿਆ ਜਾ ਸਕਦਾ ਕਿ ਵੱਡੇ ਬੰਦੇ ਨੇ, ਕੋਈ ਮਤਲਬ ਇਹ ਛੋਟਾ ਇਹਨਾਂ ਦਾ ਨਾਂ ਨਹੀਂ ਆ, ਪਰ ਫਿਰ ਵੀ $25,000 ਇੱਕ ਘੰਟੇ ਦਾ ਇਹਨਾਂ ਦੇ ਉੱਤੇ ਲਾਉਣਾ 1.4 ਮਿਲੀਅਨ ਇਹਦੇ ਵਿੱਚ। ਹਾਲਾਂਕਿ ਇਹ ਜਿਹੜਾ 1.4 ਮਿਲੀਅਨ ਦੱਸਦੇ ਆ ਇਹਦੇ ਵਿੱਚ ਸਰਕਾਰ ਦੀ, ਮਿਲਟਰੀ ਦੀ, ਪੁਲਿਸ ਦੀ ਸੈਲਰੀ, ਨਾਰਮਲ ਜਿਹੜੀ ਆਪਰੇਸ਼ਨਲ ਕਾਸਟ ਆ ਉਹ ਤਾਂ ਫਿਰ ਹੋਰ ਹੀ ਕੁਝ ਜਿਹੜਾ ਇਹਦਾ ਬਣ ਜਾਂਦਾ ਜਦੋਂ ਇਹ ਸਾਰਾ ਕੁਝ ਵਿੱਚ ਪੈਂਦਾ ਆ। ਤੇ ਇਹਦੇ ਵਿੱਚ ਜਿਹੜੀਆਂ ਲੋਕਲ ਸਰਕਾਰਾਂ ਤੇ ਪੁਲਿਸ ਫੋਰਸਸ ਦੇ ਜਿਹੜੀ ਖਰਚੇ ਆ ਉਹ ਵੀ ਇਹਦੇ ਵਿੱਚ ਕਵਰ ਨਹੀਂ ਕੀਤੇ ਗਏ। ਟਰੂਡੋ ਸਰਕਾਰ ਦੇ ਉੱਤੇ ਬਹੁਤ ਸਾਰੇ ਸਵਾਲ ਉੱਠ ਰਹੇ ਆ। ਔਰ ਤੁਹਾਨੂੰ ਇਹ ਵੀ ਪਤਾ ਕਿ ਇਹ ਗੱਲਬਾਤ ਉਦੋਂ ਸਾਹਮਣੇ ਆ ਰਹੀ ਆ ਕਿ ਇਹ ਮਈ ਦੇ ਵਿੱਚ ਇੱਥੇ ਕਿੰਗ ਚਾਰਲਸ 3 ਦਿਨ ਦੇ ਲਈ ਆਏ ਸੀ ਤਾਂ ਉਹਦਾ ਖਰਚਾ ਆ। ਇਹ ਗੱਲਬਾਤ ਉਦੋਂ ਸਾਹਮਣੇ ਆ ਰਹੀ ਆ ਜਦੋਂ ਟਰੂਡੋ ਸਰਕਾਰ ਦੇ ਉੱਤੇ ਇਹ ਕਿਹਾ ਗਿਆ ਸੀ ਕਿ ਇਹ ਜਿਹੜੇ ਮਹਾਰਾਣੀ ਐਲਿਜ਼ਾਬੈਥ ਦੇ ਫਿਊਨਲ ਦੇ ਉੱਤੇ ਗਏ ਸੀ ਤਾਂ ਉੱਥੇ ਇਹਨਾਂ ਨੇ $4 ਲੱਖ ਹੋਟਲਾਂ ਦੇ ਕਮਰੇ ਦੇ ਕਿਰਾਏ ਦਾ ਹੀ ਦਿੱਤਾ ਸੀ। ਇੱਕ ਪੱਤਰਕਾਰ ਨੇ ਇਹ ਗੱਲਬਾਤ ਸਾਹਮਣੇ ਲਿਆਂਦੀ ਸੀ, ਉਹਨੇ ਸਾਰਾ ਡਾਟਾ ਸਾਹਮਣੇ ਲਿਆਂਦਾ ਸੀ ਔਰ ਇਹ ਬਹੁਤ ਚਰਚਾ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਰਿਹਾ ਕਿ $6,000 ਇੱਕ ਰਾਤ ਦਾ ਅਲਟਰਾ ਲਗਜ਼ਰੀ ਰੂਮ ਦੇ ਵਿੱਚ ਸਾਡੇ ਜਿਹੜੇ ਪ੍ਰਾਈਮ ਮਿਨਿਸਟਰ ਨੇ ਉਹ ਦੇ ਰਹੇ ਨੇ, ਤਾਂ ਉਹ ਕਿਉਂ ਦੇ ਰਹੇ ਆ ਤਾਂ ਉਹਦਾ ਖਰਚਾ ਕਿੱਥੋਂ ਜਾ ਰਿਹਾ ਆ। ਇਸ ਸਾਰੀ ਗੱਲਬਾਤ ਨੇ ਇੱਕ ਵਾਰੀ ਫੇਰ ਜਿਹੜਾ ਦੁਬਾਰਾ ਚਰਚਾ ਦੇ ਵਿੱਚ ਸਾਰਾ ਕੁਝ ਲੈ ਆਂਦਾ ਕਿ ਜਿਹੜੇ ਪਹਿਲਾਂ ਇੱਥੇ ਜਦੋਂ ਕਿੰਗ ਚਾਰਲਸ ਇੱਥੇ ਆਏ ਸੀ ਵੀ ਉਹਦਾ ਖਰਚਾ ਕਿੰਨਾ ਹੋਇਆ ਸੀ। ਕਿਉਂਕਿ ਸਵਾਲ ਜਸਟਿਨ ਟਰੂਡੋ ਹੋਰਾਂ ਦੇ ਤੇ ਪੂਰੇ ਡੈਲੀਗੇਟਸ ਦੇ ਉੱਤੇ ਜਾਣ ਤੋਂ ਸ਼ੁਰੂ ਹੋਇਆ ਸੀ ਕਿ ਲੰਡਨ ਦੇ ਵਿੱਚ ਕੁਈਨ ਦੇ ਫਿਊਨਲ ਦੇ ਉੱਤੇ ਜਾ ਕੇ $6,000 ਵਾਲੇ ਜਿਹੜੀ ਹੋਟਲ ਦੀ ਰਾਤ ਰਹੇ ਆ ਤਾਂ ਉੱਥੇ ਕਿਉਂ ਰਾਤ ਰਹੇ ਆ। ਸਵਾਲ ਪੈਦਾ ਹੁੰਦਾ ਸੀ ਕਿ ਪ੍ਰਧਾਨ ਮੰਤਰੀ ਆ, ਵੱਡੇ ਵੱਡੇ ਲੋਕ ਗਏ ਆ, ਸਾਬਕਾ ਪ੍ਰਧਾਨ ਮੰਤਰੀ ਕਿੰਨੇ ਗਏ ਸੀ, ਇਹ ਸਧਾਰਨ ਕਮਰੇ ਦੇ ਵਿੱਚ ਨਹੀਂ ਰਹਿ ਸਕਦੇ। ਪਰ ਦੂਜੇ ਪਾਸੇ ਜਦੋਂ ਅਸੀਂ ਇਹ ਦੇਖਦੇ ਹਾਂ, ਪੋਸਟ ਮੀਡੀਆ ਦਾ ਪੱਤਰਕਾਰ ਸੀ ਕਾਲਮਿਸਟਨ ਦਾ ਬ੍ਰਾਇਨ ਲਿਲੀ, ਉਹਨੇ ਇਹ ਡਾਟਾ ਜਿਹੜਾ ਸਾਹਮਣੇ ਲਿਆ ਸੀ ਐਕਸੈਸ ਟੂ ਇਨਫੋਰਮੇਸ਼ਨ ਦੀ ਰਿਕੁਐਸਟ ਦੇ ਤਹਿਤ। ਲੋਕ ਇਹ ਕਹਿੰਦੇ ਵੀ ਇਹ ਵੱਡੇ ਲੋਕ ਨੇ, ਇੱਦਾਂ ਹੀ ਰਹਿੰਦੇ ਹੁੰਦੇ ਆ ਤੇ ਇਹਨਾਂ ਦੇ ਖਰਚੇ ਵੀ ਐਸੇ ਤਰ੍ਹਾਂ ਦੇ ਹੁੰਦੇ ਆ। ਕੋਈ ਸਧਾਰਨ ਵਿਅਕਤੀ ਨਹੀਂ ਸੀ, ਦੇਸ਼ ਦਾ ਪ੍ਰਧਾਨ ਮੰਤਰੀ ਸੀ ਤੇ ਉਹਨਾਂ ਦਾ ਇੰਨਾ ਖਰਚਾ ਜਾਇਜ਼ ਮੰਨਿਆ ਜਾ ਸਕਦਾ। ਤੇ ਦੂਜੇ ਪਾਸੇ ਫਿਰ ਜਦੋਂ ਫਿਰ ਖਰਚਾ ਇਹ ਕੰਪੇਅਰ ਕਰਕੇ ਦੇਖਦੇ ਆ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਦੇ ਨਾਲ, ਤਾਂ ਇਹ ਖਰਚਾ ਕੈਨੇਡਾ ਦੇ ਪ੍ਰਧਾਨ ਮੰਤਰੀ ਦੁਆਰਾ ਕੀਤਾ ਗਿਆ ਖਰਚਾ ਕਿਤੇ ਜ਼ਿਆਦਾ ਸੀ। ਤੇ ਫਿਰ ਇਹ ਜਿਹੜਾ ਉੱਥੇ ਦਾ ਕੋਰਿੰਥੀਆ ਲੰਡਨ ਦੇ ਵਿੱਚ ਹੋਟਲ ਸੀ ਉਹਦੇ ਵਿੱਚ ਆਪਣਾ ਜਿਹੜਾ ਗ੍ਰੇਟ ਬ੍ਰਿਟਨ ਦੇ ਟੌਪ ਲਗਜ਼ਰੀ ਹੋਟਲਸ ਦੇ ਵਿੱਚ
ਜਿਹੜੀ ਉੱਥੇ ਬੁਕਿੰਗ ਹੋਈ ਆ ਤੇ ਉੱਥੇ ਇਹ ਰਹੇ ਆ, ਉਹਦੇ ਨਾਲ ਹੁਣ ਇਹ ਜਿਹੜਾ ਖਰਚਾ ਆ ਇਹ ਵੀ ਸਾਹਮਣੇ ਆ ਰਿਹਾ। ਤੇ ਕਿੰਨਾ ਇੱਥੇ ਕਿੰਗ ਚਾਰਲਸ ਦੇ ਇੱਥੇ ਆਉਣ ਦਾ ਜਿਹੜਾ ਓਵਰ ਟਾਈਮ, ਜਿੰਨੇ ਫਲੀਟ ਵਹੀਕਲ ਸੀਗੇ, VIP ਫਲਾਈਟ ਸੀਗੀਆਂ, ਆਰਮਡ ਸਿਕਿਉਰਿਟੀ ਸੀਗੀ, ਜਿਹੜੇ ਇਹ ਸਾਰੇ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਦੁਆਰਾ ਪੇ ਕੀਤੇ ਗਏ, ਡਿਪਾਰਟਮੈਂਟ ਆਫ ਨੈਸ਼ਨਲ ਡਿਫੈਂਸ ਤੇ ਜਿਹੜਾ ਕੈਨੇਡੀਅਨ ਹੈਰੀਟੇਜ ਆ ਉਹਨਾਂ ਨੇ ਕੀ ਸਪੈਂਡ ਕੀਤਾ। ਸੋ ਇਹ ਹੁਣ ਜਿਹੜੀ ਐਕਸੈਸ ਇਨਫੋਰਮੇਸ਼ਨ ਰਿਕੁਐਸਟ ਕੀਤੀ ਗਈ ਆ ਕੈਨੇਡੀਅਨ ਹੈਰੀਟੇਜ ਦੇ ਕੋਲ ਫਾਈਲ ਕੀਤੀ ਆ, ਉਹਦਾ ਹੁਣ ਡਾਟਾ ਸਾਹਮਣੇ ਆਇਆ ਵੀ ਉੱਥੇ ਪੈਸਾ ਲੱਗਿਆ ਕਿੰਨਾ ਸੀ। ਤੇ ਸਵਾਲ ਇਸ ਗੱਲ ਦੇ ਉੱਤੇ ਹੋ ਰਿਹਾ ਆ ਕਿ ਜਿਹੜਾ ਰਾਇਲ ਟੂਰ ਸੀ ਉਹਦੇ ਉੱਤੇ ਇਹ ਕੀ ਖਰਚੇ ਤੋਂ ਬਚਿਆ ਜਾ ਸਕਦਾ ਸੀ ਜਾਂ ਇਹ ਜ਼ਰੂਰੀ ਸੀ। ਤੇ ਘੱਟੋ ਘੱਟ ਲੋਕਾਂ ਨੂੰ ਉਦੋਂ ਜਿਹੜੀ 70ਵਾਂ ਸਾਲ ਸੀਗਾ ਇਹਨਾਂ ਦਾ ਥਰੋਨ ਦਾ, ਇੱਥੇ ਪਲੈਟੀਨਮ ਜੁਬਲੀ ਕੁਈਨ ਐਲਿਜ਼ਾਬੈਥ ਦੀ ਸੈਲੀਬ੍ਰੇਟ ਹੋਣੀ ਸੀ, ਉਸ ਵੇਲੇ ਇਹ ਇਸ ਸਾਲ ਦੇ ਵਿੱਚ ਇੱਥੇ ਆਏ ਸੀ। ਤਾਂ ਜਿਹੜਾ ਨੈਸ਼ਨਲ ਡਿਫੈਂਸ ਆ ਉਹਨਾਂ ਨੇ ਇਹ ਸਾਰਾ ਜਿਹੜਾ ਬਿੱਲ ਸੀਗਾ ਇਹ ਸਾਹਮਣੇ ਲਿਆਂਦਾ ਸੀ। ਤੇ ਹੁਣ ਇਹਦੇ ਉੱਤੇ ਬਹੁਤ ਸਾਰੇ ਸਵਾਲ ਹੋ ਰਹੇ ਆ ਕਿ ਕੀ 57 ਘੰਟੇ ਦੇ ਵਿੱਚ $1.4 ਮਿਲੀਅਨ ਲਾਉਣਾ ਤੇ ਘੰਟੇ ਦਾ $25,000 ਦੇ ਲਗਭਗ ਆ ਜਿਹੜਾ ਖਰਚਾ ਆਉਣਾ, ਕੀ ਕੈਨੇਡੀਅਨ ਅਫੋਰਡ ਕਰ ਸਕਦੇ ਆ, ਜਾਂ ਉੱਥੇ ਜਾ ਕੇ ਲੰਡਨ ਦੇ ਵਿੱਚ ਸਾਡੇ ਪ੍ਰਧਾਨ ਮੰਤਰੀ ਦੁਆਰਾ $4 ਲੱਖ ਸਿਰਫ ਹੋਟਲ ਦੇ ਕਮਰੇ ਦਾ ਕਿਰਾਇਆ ਦੇ ਦੇਣਾ, ਜਦੋਂ ਕਿ 4 ਲੱਖ ਦੇ ਵਿੱਚ ਇੱਥੇ ਇੱਕ ਬੰਦੇ ਦਾ ਘਰ ਰਹਿਣ ਦੇ ਲਈ ਆ ਜਾਂਦਾ। ਤੇ ਜੇ ਉਹਨਾਂ ਦੇ ਬਰਾਬਰ ਹੀ ਅਮਰੀਕਾ ਦੇ ਜਿਹੜੇ ਰਾਸ਼ਟਰਪਤੀ ਨੇ ਜੋ ਬਾਈਡਨ, ਉਹ ਬਹੁਤ ਹੀ ਸਸਤੇ ਇਹਨਾਂ ਨਾਲੋਂ ਕਿਤੇ ਜ਼ਿਆਦਾ ਥਾਂ ਦੇ ਉੱਤੇ ਰਹੇ ਆ, ਤਾਂ ਫਿਰ ਇਹਦੇ ਖਰਚੇ ਦਾ ਕੀ ਕਾਰਨ ਸੀ। ਸਵਾਲ ਇਹ ਦੁਬਾਰਾ ਇੱਕ ਵਾਰੀ ਫੇਰ ਉੱਠਣੇ ਸ਼ੁਰੂ ਹੋ ਗਏ। ਪਲਾਸਟਿਕ ਬਹੁਤ ਮਾੜੀ ਚੀਜ਼ ਆ। ਹਾਲਾਂਕਿ ਜਦੋਂ ਇਹਦੀ ਖੋਜ ਹੋਈ ਸੀ ਅੱਜ ਦੇ ਸਮੇਂ ਦੇ ਵਿੱਚ ਸਾਇੰਸਦਾਨਾਂ ਦੇ ਤਾਂ ਦੱਸਦੇ ਸੀ ਕ੍ਰਾਂਤੀ ਆ ਗਈ ਸੀ, ਬਹੁਤ ਨਵੀਂ ਚੀਜ਼ ਸੀਗੀ। ਤੇ ਹੁਣ ਕੈਨੇਡਾ ਜਿਹੜਾ ਇਹਨੇ ਬੰਦ ਕਰ ਰਿਹਾ, ਜਿੱਦਾਂ ਸਿੰਗਲ ਯੂਜ਼ ਪਲਾਸਟਿਕ ਦੇ ਉੱਤੇ ਵੱਖ-ਵੱਖ ਜੂਰਿਸਡਿਕਸ਼ਨ ਦੇ ਉੱਤੇ ਪਹਿਲਾਂ ਹੀ ਬੈਨ ਲੱਗ ਚੁੱਕਾ। ਜਿਵੇਂ ਗਰੋਸਰੀ ਬੈਗ ਆ, ਤੁਸੀਂ ਲੈਣ ਜਾਓ ਮਿਲਦੇ ਨਹੀਂ, ਉਹ ਦੂਜੇ ਜੂਟ ਦੇ ਜਾਂ ਦੂਜੇ ਲੈਣੇ ਪੈਂਦੇ ਆ। ਪਲਾਸਟਿਕ ਦੇ ਸਟਰਾ ਹੁੰਦੇ ਆ ਜਾਂ ਸਟਰਰ ਆ, ਇਹ ਸਾਰੇ ਹੀ ਵੱਖ-ਵੱਖ ਥਾਵਾਂ ਦੇ ਉੱਤੇ ਅਲੱਗ-ਅਲੱਗ ਖਿੱਤਿਆਂ ਦੇ ਉੱਤੇ, ਸਿਟੀਜ਼ ਨੇ, ਪ੍ਰੋਵਿੰਸਿਸ ਨੇ, ਇਹਨਾਂ ਦੇ ਉੱਤੇ ਪਾਬੰਦੀ ਲਾਈ ਆ। ਤੇ ਹੁਣ ਕੈਨੇਡੀਅਨ ਸਰਕਾਰ ਨੇ ਸਮਾਂ ਆ ਗਿਆ ਕਿ ਜਦੋਂ ਅਗਲੇ ਮਹੀਨੇ ਤੋਂ ਇਹ ਸਾਰੇ ਕੁਛ ਦੇ ਉੱਤੇ ਪੱਕੀ ਪਾਬੰਦੀ ਲਾ ਦੇਣੀ ਹੈ। ਕੈਨੇਡੀਅਨ ਸਰਕਾਰ ਇਹ ਡੋਮੈਸਟਿਕ ਪਲਾਸਟਿਕ ਪੋਲਿਊਸ਼ਨ ਨੂੰ ਖਤਮ ਕਰਨ ਦੇ ਲਈ ਇਸ ਦਹਾਕੇ ਦੇ ਅੰਤ ਤੱਕ ਪ੍ਰਤੀਬੱਧ ਆ। ਤੇ ਇਹਦੇ ਲਈ ਮੈਨੇਜਮੈਂਟ ਦੇ ਲਈ ਉਹ ਸਾਰਾ ਕੁਛ ਕਰ ਰਹੇ ਆ। ਤੇ ਇਸ ਹਫਤੇ ਤੋਂ ਹੀ ਇਹ ਸਾਰਾ ਕੁਛ ਤੇਜ਼, ਔਰ ਜਿਹੜਾ ਪ੍ਰੋਸੈਸ ਸੀ ਉਹ ਤੇਜ਼ ਹੋ ਗਿਆ ਆ। ਜਿਹੜਾ ਮਤਲਬ 35-36 ਦੇਸ਼ ਆ, ਉਹਨਾਂ ਦੇ ਵਿੱਚੋਂ ਇੱਕ ਕੈਨੇਡਾ ਆ ਜਿਨ੍ਹਾਂ ਨੇ ਬਹੁਤ ਇਸ ਗੱਲ ਦੇ ਵਿੱਚ ਲੌਬੀ ਕੀਤਾ ਆ ਇੰਟਰਨੈਸ਼ਨਲ ਐਗਰੀਮੈਂਟਸ ਦੇ ਵਿੱਚ ਕਿ ਗਲੋਬਲ ਪਲਾਸਟਿਕ ਪੋਲਿਊਸ਼ਨ 2040 ਤੱਕ ਅਸੀਂ ਲਗਭਗ ਜ਼ੀਰੋ ਕਰ ਦੇਣਾ ਹੈ। 22 ਮਿਲੀਅਨ ਟਨ ਜਿਹੜੀ ਪਲਾਸਟਿਕ ਆ ਹਰ ਸਾਲ ਅਸੀਂ ਲੇਕ, ਰਿਵਰ ਤੇ ਓਸ਼ੀਅਨਸ ਦੇ ਵਿੱਚ ਵਰਲਡ ਵਾਈਡ ਸਿੱਟਦੇ ਹਾਂ। ਕੈਨੇਡਾ ਦੇ ਵਿੱਚ 29,000 ਟਨ ਪਲਾਸਟਿਕ ਦੇ ਗਾਰਬੇਜ, ਮੇਨਲੀ ਜਿਹੜਾ ਪੈਕਿੰਗ ਮਟੀਰੀਅਲਸ ਆ ਉਹ ਹਰ ਸਾਲ ਖਤਮ ਹੋਊਗਾ। 3.3 ਮਿਲੀਅਨ ਟਨ ਜਿਹੜੇ ਪਲਾਸਟਿਕ ਗਾਰਬੇਜ ਆ ਉਹ ਲੈਂਡਫਿਲਸ ਦੇ ਵਿੱਚ ਹੈਗਾ ਆ। ਤੇ ਜਿਹੜਾ ਬਹੁਤ ਘੱਟ ਹੈਗਾ ਆ, ਜਿਹੜਾ 10ਵਾਂ ਕੁ ਹਿੱਸਾ ਜਿੰਨਾ ਟੋਟਲ ਹੁੰਦਾ ਉਹਦਾ ਰੀਸਾਈਕਲ ਕੀਤਾ ਜਾਂਦਾ ਆ। ਤੇ ਜਿਹੜੀ ਬਿਡ ਆ ਇਹਨੂੰ ਕੱਟ ਡਾਊਨ ਕਰਨ ਦੇ ਲਈ ਸਾਰੀ ਪਲਾਸਟਿਕ ਨੂੰ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੁਣੀ ਵਾਅਦਾ ਕੀਤਾ ਸੀ 2019 ਦੇ ਵਿੱਚ ਕਿ ਸਿੰਗਲ ਯੂਜ਼ ਪਲਾਸਟਿਕ ਬੈਨ ਹੋ ਜੂਗੀ 2021 ਤੱਕ। ਤੇ ਸਰਕਾਰ ਨੂੰ ਸਾਲ ਲੱਗ ਗਿਆ ਹੋਰ ਪਲਾਨ ਕਰਦੇ ਨੂੰ ਤੇ ਫਿਗਰ ਆਊਟ ਕਰਦਿਆਂ ਨੂੰ ਕਿ ਕਿਸ ਤਰੀਕੇ ਦੇ ਨਾਲ ਕਿਹੜੀਆਂ ਆਈਟਮਸ ਬੈਨ ਕਰਨੀਆਂ ਤੇ ਕਿੱਦਾਂ ਕਰਨੀਆਂ ਆ। ਜਿਹੜਾ ਫਾਈਨਲ ਰੈਗੂਲੇਸ਼ਨ ਆ ਉਹ ਪਬਲਿਸ਼ ਹੋਇਆ ਜੂਨ ਦੇ ਵਿੱਚ, ਤੇ ਜਿਹਦੇ ਵਿੱਚ ਦਸੰਬਰ 20 ਤੱਕ ਇਹ ਸੀਗਾ ਕਿ ਇਸ ਤੋਂ ਬਾਅਦ ਲੀਗਲ ਨਹੀਂ ਹੋਊਗਾ ਕੈਨੇਡਾ ਦੇ ਵਿੱਚ ਇੰਪੋਰਟ ਕਰਨਾ, ਬਣਾਉਣਾ ਬਹੁਤ ਸਾਰੀਆਂ ਪਲਾਸਟਿਕ ਦੀਆਂ ਸ਼ਾਪਿੰਗ ਬੈਗ, ਸਟਰਾ ਜਾਂ ਸਾਰਾ ਕੁਝ ਜਿਹੜੀਆਂ ਸਟਿਕਸ ਹੈਗੀਆਂ ਜਾਂ ਕਟਲਰੀ ਆ, ਚਮਚੇ ਵਗੈਰਾ, ਟੇਕ ਆਊਟ ਕੰਟੇਨਰਸ ਨੇ, ਇਹ ਸਾਰਾ ਕੁਝ ਇਹਨਾਂ ਸਾਰਿਆਂ ਨੂੰ ਬਣਾਉਣਾ, ਇੰਪੋਰਟ ਕਰਨਾ ਬਾਹਰੋਂ, ਇੱਥੇ ਜਿਹੜਾ ਉਹਦੇ ਉੱਤੇ ਪਾਬੰਦੀ ਲੱਗ ਜਾਣੀ ਹੈ। ਤੇ 1 ਸਾਲ ਬਾਅਦ ਫਿਰ ਇਹ ਸਾਰੀਆਂ ਚੀਜ਼ਾਂ ਦੇ ਵਰਤਣ ਦੇ ਉੱਤੇ ਵੀ ਪੂਰੇ ਕੈਨੇਡਾ ਦੇ ਵਿੱਚ ਪਾਬੰਦੀ ਲੱਗ ਜਾਣੀ ਹੈ। ਸੋ ਜੂਨ 2023 ਤੱਕ ਜਿਹੜੇ 6 ਪੈਕ ਜਿੱਦਾਂ ਰਿੰਗਸ ਦੇ, ਡਰਿੰਕ ਕੰਟੇਨਰਸ ਦੇ, ਉਹ ਸਾਰਾ ਕੁਛ ਇੱਥੇ ਤੱਕ ਅੰਤ ਹੋ ਜਾਣਾ ਆ। 6 ਪਲਾਸਟਿਕ ਦੀਆਂ ਆਈਟਮ ਸਰਕਾਰ ਨੇ ਕਿਹਾ ਸੀ ਕਿ ਅਸੀਂ ਜਿਹੜੀਆਂ ਇਹ ਕ੍ਰਾਈਟੀਰੀਆ ਦੇ ਵਿੱਚ ਆਉਂਦੀਆਂ ਆ ਉਹਦੇ ਬਾਰੇ ਸੋਚ ਰਹੇ ਹਾਂ। ਸੋ ਜਿੱਦਾਂ ਜਿੱਦਾਂ ਇਹਨਾਂ ਦੀਆਂ ਡੈਡਲਾਈਨਸ ਨੇੜੇ ਆ ਰਹੀਆਂ, ਕੈਨੇਡਾ ਇਹਦੇ ਲਈ ਤਿਆਰ ਆ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਪੂਰੀ ਤਰ੍ਹਾਂ ਜਿਹੜਾ
ਕੈਨੇਡੀਅਨਸ ਨੇ ਆਪਣੇ ਆਪ ਇਹਨਾਂ ਦੀ ਵਰਤੋਂ ਕਾਫੀ ਹੱਦ ਤੱਕ ਘਟਾ ਦਿੱਤੀ ਆ, ਜਿਨ੍ਹਾਂ ਦੇ ਉੱਤੇ ਸਰਕਾਰ ਆਉਣ ਵਾਲੇ ਸਮੇਂ ਦੇ ਵਿੱਚ ਪਹਿਲਾਂ ਮੈਨੂਫੈਕਚਰਿੰਗ ਦੇ ਉੱਤੇ, ਇੰਪੋਰਟ ਦੇ ਉੱਤੇ ਤੇ ਫਿਰ ਇਹਦੇ ਪੂਰੇ ਕੈਨੇਡਾ ਦੇ ਵਿੱਚ ਵਰਤੋਂ ਦੇ ਉੱਤੇ ਪਾਬੰਦੀ ਲਾਊਗੀ। ਕੈਨੇਡੀਅਨਸ ਪਹਿਲਾਂ ਹੀ ਇਸ ਜਿਹੜੇ ਗੱਲ ਦੇ ਲਈ ਆਦੀ ਹੋ ਰਹੇ ਨੇ। ਮੀਟਿੰਗ ਸੀ ਉਹਨਾਂ ਦੀ, VOTING ਹੋਈ ਆ 5-4 ਦੇ ਨਾਲ ਇਸ ਗੱਲ ਦੇ ਵਿੱਚ ਫੈਸਲਾ ਲਿਆ ਗਿਆ ਕਿ ਸਕੂਲ ਦੇ ਵਿੱਚ ਲੇਜ਼ਨ ਆਫੀਸਰਸ ਰਹਿਣਗੇ। ਪਬਲਿਕ ਸਕੂਲ ਦੇ ਵਿੱਚ ਜਿਹੜਾ SLO ਪ੍ਰੋਗਰਾਮ ਆ ਉਹ ਜਾਰੀ ਰੱਖਿਆ ਜਾਊਗਾ। ਲੇਜ਼ਨਸ ਆਫੀਸਰ ਕੌਣ ਆ? ਪੁਲਿਸ ਸਕੂਲਾਂ ਦੇ ਵਿੱਚ ਪੁਲਿਸ ਵਾਲੇ ਹੁੰਦੇ ਆ। ਸਕੂਲਾਂ ਦੇ ਵਿੱਚ ਡਿਸਪਲਿਨ ਦੀ ਪ੍ਰੋਬਲਮ ਹੁੰਦੀ, ਕਈ ਕੁਛ ਹੁੰਦਾ, ਤੇ ਉਹਨਾਂ ਦੇ ਲਈ ਫਿਰ ਉੱਥੇ ਪੁਲਿਸ ਵਾਲੇ ਰੱਖੇ ਜਾਂਦੇ ਆ ਵੀ ਇੱਕ ਪੁਲਿਸ ਵਾਲਾ ਸਾਰਾ ਦਿਨ ਉੱਥੇ ਰਹਿੰਦਾ ਹੈ ਸਕੂਲ ਦੇ ਵਿੱਚ ਤੇ ਉਹ ਦੇਖਦਾ ਹੈ, ਕੁਛ ਨਹੀਂ ਕਹਿੰਦਾ, ਤੇ ਜੇ ਕਿਸੇ ਬੱਚੇ ਨੂੰ ਕੋਈ ਪ੍ਰੋਬਲਮ ਆਉਂਦੀ ਆ ਤਾਂ ਉਹਦਾ ਉੱਥੇ ਉਹ ਹੱਲ ਕਰ ਜਾਂਦਾ। ਇਹਦੇ ਨਾਲ ਇੱਕ ਤਾਂ ਡਰੱਗ ਵਾਲੇ ਬਚੇ ਰਹਿੰਦੇ ਆ, ਜਿਹੜੇ ਸਕੂਲਾਂ ਦੇ ਵਿੱਚ ਡਰੱਗ ਵੇਚਣ ਜਾਂਦੇ। ਕੁਦਰਤੀ ਪੁਲਿਸ ਦਾ ਡਰ ਤਾਂ ਹੁੰਦਾ ਹੀ ਆ ਜਿੱਥੇ ਪੁਲਿਸ ਹੈਗੀ ਆ। ਦੂਜਾ ਉੱਥੇ ਜਿਹੜਾ ਕੋਈ ਬੁਲਿੰਗ ਹੁੰਦੀ ਆ, ਤੰਗ ਕਰਦੇ ਆ ਨਿਆਣੇ, ਗੈਂਗਸ ਆ, ਇਹ ਸਾਰੇ ਕੁਛ ਨੂੰ ਰੋਕਿਆ ਜਾਂਦਾ। 50 ਸਾਲ ਦੇ ਲਗਭਗ ਵੈਨਕੂਵਰ ਦੇ ਵਿੱਚ ਟ੍ਰੈਡੀਸ਼ਨ ਚੱਲਦੀ ਰਹੀ ਆ, ਉੱਥੇ ਸਕੂਲਾਂ ਦੇ ਵਿੱਚ ਪੁਲਿਸ ਹੁੰਦੀ ਸੀ। ਜਦੋਂ ਪਿਛਲੀ ਵਾਰੀ ਵੋਟਾਂ ਪਈਆਂ ਸੀ 18 ਦੇ ਵਿੱਚ, ਤੇ ਉਹਦੇ ਤੋਂ ਬਾਅਦ ਫਿਰ ਇਹ ਫੈਸਲਾ ਲਿਆ ਗਿਆ ਵੀ ਨਹੀਂ ਜੀ, ਇਹ ਪੁਲਿਸ ਵਾਲਿਆਂ ਦਾ ਨੁਕਸਾਨ ਹੁੰਦਾ ਇੱਥੇ, ਕਿਉਂਕਿ ਜਿਹੜੇ ਮਾਈਨੋਰਿਟੀਜ਼ ਨੇ ਉਹ ਕਹਿੰਦੇ ਸਾਨੂੰ ਸਮੱਸਿਆ ਆ ਪੁਲਿਸ ਦੇ ਨਾਲ ਇੱਥੇ, ਵੀ ਸਾਨੂੰ ਹੋਰ ਕਿਸੇ ਤੇਰੇ ਤੋਂ ਤੰਗ ਅਸੀਂ ਹੋਣਾ ਬਾਅਦ ਦੀ ਗੱਲ ਆ, ਪਹਿਲਾਂ ਅਸੀਂ ਪੁਲਿਸ ਤੋਂ ਡਰ ਲੱਗਦਾ ਜਾਂ ਇਹਨਾਂ ਤੋਂ ਹੀ ਤੰਗ ਆ, ਇਸ ਕਰਕੇ ਇਹਨਾਂ ਨੂੰ ਹਟਾ ਦਿਓ। ਤੇ ਲੋਕਾਂ ਨੇ ਉੱਥੋਂ ਜਿਹੜੀ ਕੌਂਸਲ ਸੀ, ਜਿਹੜਾ ਸਕੂਲ ਬੋਰਡ ਸੀ, ਉਹਨਾਂ ਨੇ ਫੈਸਲਾ ਕਰਕੇ ਉੱਥੋਂ ਇਹ ਲੇਜ਼ਨ ਆਫੀਸਰਸ ਹਟਾ ਦਿੱਤੇ। ਹੁਣ ਫਿਰ ਸਰਕਾਰ ਬਦਲ ਗਈ ਆ, ਮਿਊਨਿਸਪਲ ਵੋਟਾਂ ਪਈਆਂ ਐਤਕੀ, ਤੇ ਸੱਤਾ ਫਿਰ ਅਗਲੀ ਆ ਗਈ ਆ, ਤੇ ਉਹ ਕਹਿੰਦੇ ਜੀ ਅਸੀਂ ਇਹ ਦੁਬਾਰਾ ਲੈ ਕੇ ਆਵਾਂਗੇ। ਬਹੁਤ ਸਾਰੇ ਹੁਣ VOTING ਹੋਈ ਆ ਰਾਤੀ, ਕੱਲ ਸੋਮਵਾਰ ਰਾਤੀ, ਤੇ 5-4 ਦੇ ਨਾਲ ਫੈਸਲਾ ਹੋ ਗਿਆ। ਬੜੀ ਅਜੀਬ ਗੱਲ ਵੀ ਆਪਣੇ ਆਪ ਦੇ ਵਿੱਚ ਕਿ ਕੌਂਸਲ ਬਦਲ ਦੇ ਨਾਲ ਵੱਡੇ ਵੱਡੇ ਫੈਸਲੇ ਕਿੱਦਾਂ ਬਦਲ ਜਾਂਦੇ ਆ। ਸਰੀ ਦੇ ਵਿੱਚ ਕੌਂਸਲ ਬਦਲੀ ਤਾਂ ਇੱਥੇ ਪਹਿਲੀ ਕੌਂਸਲ ਕਹਿੰਦੀ ਸੀ ਅਸੀਂ ਸਰੀ ਪੁਲਿਸ ਲੈ ਕੇ ਆਉਣੀ ਹੈ, ਇਹ ਕੌਂਸਲ ਕਹਿੰਦੀ ਅਸੀਂ ਜੀ ਸਰੀ ਪੁਲਿਸ ਨਹੀਂ ਲੈ ਕੇ ਆਉਣੀ, ਅਸੀਂ RCMP ਲੈ ਕੇ ਆਉਣੀ, ਸਾਰਾ ਕੁਛ ਦੁਬਾਰਾ ਅੱਗੇ ਪਿੱਛੇ ਕਰੋ। ਉਧਰ ਵੈਨਕੂਵਰ ਦੇ ਵਿੱਚ ਜਦੋਂ ਦੀ ਵੋਟਾਂ ਦੇ ਵਿੱਚ ਕੌਂਸਲ ਚੇਂਜ ਹੋਈ ਆ, ਪਹਿਲੀ ਕੌਂਸਲ ਕਹਿੰਦੀ ਸੀ ਕਿ ਲੇਜ਼ਨ ਆਫੀਸਰ ਨਹੀਂ ਹੋਣੇ ਚਾਹੀਦੇ, ਸਕੂਲਾਂ ਦੇ ਵਿੱਚ ਪੁਲਿਸ ਵਾਲਿਆਂ ਦਾ ਨੁਕਸਾਨ ਆ, ਤੇ ਹੁਣ ਜਿਹੜੀ ਕੌਂਸਲ ਆਈ ਉਹ ਕਹਿੰਦੇ ਫਾਇਦਾ ਆ, ਅਸੀਂ ਰੱਖਣੇ ਆ। ਇਹ ਕਿਤੇ ਨਾ ਕਿਤੇ ਗੱਲਬਾਤ ਜਿਹੜੀ ਡਿਬੇਟ ਵੀ ਹੋ ਰਿਹਾ ਇਹਦੇ ਉੱਤੇ ਹੁਣ। ਸੋ ਦੇਖੋ ਇਸ ਵੇਲੇ ਜੇ ਇਹ ਆ ਜਾਂਦੇ ਆ, ਬਹੁਤ ਸਾਰੇ ਟਰਸਟੀ ਇਹਦੇ ਹੱਕ ਵਿੱਚ ਆ, 5 ਜਣੇ, ਉਹਨਾਂ ਨੇ ਇਹ ਫੈਸਲਾ ਕੀਤਾ ਆ ਕਿ ਅਪ੍ਰੈਲ 2021 ਦੇ ਵਿੱਚ ਜਦੋਂ ਵੋਟਾਂ ਹੋਈਆਂ ਸੀ, ਉਸ ਵੇਲੇ ਵੈਨਕੂਵਰ ਸਕੂਲ ਬੋਰਡ ਦੇ ਵਿੱਚ 8-1 ਦੇ ਨਾਲ ਵੋਟਾਂ ਪਈਆਂ ਸੀ ਇਹਨੂੰ ਪ੍ਰੋਗਰਾਮ ਨੂੰ ਖਤਮ ਕਰਨ ਦੇ ਲਈ। ਔਰ ਵੈਨਕੂਵਰ ਪੁਲਿਸ ਡਿਪਾਰਟਮੈਂਟ ਦੇ ਜਿਹੜੇ ਸੀਗੇ ਡਿਸਟ੍ਰਿਕਟ ਦੇ 17 ਹਾਈ ਸਕੂਲ ਉੱਥੇ ਸੀਗਾ। ਬਹੁਤ ਸਾਰੇ ਕੰਸਰਨ ਨੇ ਇਹਦੇ ਪੁਲਿਸ ਦੀ ਪ੍ਰੈਜ਼ੈਂਸ ਸਕੂਲ ਦੇ ਵਿੱਚ ਹੋਣ ਦੇ। ਕਿਹਾ ਜਾ ਰਿਹਾ ਕਿ ਬੱਚਿਆਂ ਦੀ ਮੈਂਟਲ ਵੈਲਬੀਇੰਗ ਦੇ ਉੱਤੇ ਵੀ ਇਹਦਾ ਅਸਰ ਪੈਂਦਾ ਕਿ ਸਕੂਲ ਦੇ ਵਿੱਚ ਪੁਲਿਸ ਹੈਗੀ ਹੈ, ਚੰਗਾ ਪੈਂਦਾ ਕਿ ਮਾੜਾ ਪੈਂਦਾ, ਇਹਦੇ ਉੱਤੇ ਡਿਬੇਟ ਹੋ ਰਿਹਾ ਆ। ਤੇ ਹੁਣ ਦੁਬਾਰਾ ਉੱਥੇ ਕਿਹਾ ਜਾ ਰਿਹਾ ਕਿ ਜੇ ਸਾਰਾ ਕੁਝ ਠੀਕ ਠਾਕ ਚੱਲਦਾ ਤਾਂ ਲੇਜ਼ਨ ਆਫੀਸਰਸ ਦੁਬਾਰਾ ਵਾਪਸ ਆ ਜਾਣਗੇ। ਵੱਖ-ਵੱਖ ਥਾਂ ਜਿਹੜੇ ਹਿਊਮਨ ਰਾਈਟਸ ਕਮਿਸ਼ਨ ਵਾਲੇ ਆ, ਉਹਨਾਂ ਨੇ ਕਿਹਾ ਵੀ ਇਹ ਪ੍ਰੋਗਰਾਮ ਨੂੰ ਖਤਮ ਕਰੋ, ਉਹ ਉਲਟਾ ਨੇ ਇਹਨਾਂ ਦੇ। ਜਿਹੜਾ ਆਹ ਸੋਮਵਾਰ ਨੂੰ ਕੱਲ੍ਹ ਵੋਟਾਂ ਪਈਆਂ ਰਾਤੀ, ਤੇ ਇਹ ਤੋਂ ਪਹਿਲਾਂ ਹੀ ਹਿਊਮਨ ਰਾਈਟਸ ਕਮਿਸ਼ਨ ਨੇ ਕਹਿ ਦਿੱਤਾ ਸੀ ਕਿ ਲੈਟਰ ਲਿਖ ਦਿੱਤੀ ਸੀ ਉਹਨੇ BC ਸਕੂਲ ਟਰਸਟੀ ਐਸੋਸੀਏਸ਼ਨ ਨੂੰ ਕਿ ਜਿਹੜਾ SLO ਪ੍ਰੋਗਰਾਮਸ ਆ ਇਹਨੂੰ ਖਤਮ ਕਰ ਦਿਓ। ਉਹਨਾਂ ਦੇ ਕਮਿਸ਼ਨਰ ਨੇ ਕਿਹਾ ਸੀ ਕਿ ਸਕੂਲ ਡਿਸਟ੍ਰਿਕਟਸ ਦੇ ਵਿੱਚ ਜਿਹੜਾ ਤੁਸੀਂ ਐਵੀਡੈਂਸ ਬੇਸਡ ਸਾਨੂੰ ਡੈਮੋਸਟ੍ਰੇਸ਼ਨ ਦਿਓ ਵੀ ਇਹ ਚੀਜ਼ਾਂ ਠੀਕ ਨੇ, ਸਕੂਲਾਂ ਦੇ ਵਿੱਚ ਪੁਲਿਸ ਵਾਲਿਆਂ ਦਾ ਫਾਇਦਾ ਹੁੰਦਾ ਹੈ। ਇਹ ਹਿਊਮਨ ਰਾਈਟਸ ਵਾਲਿਆਂ ਦਾ ਰੌਲਾ ਕੀ ਹੈ? ਇਹ ਕਹਿੰਦੇ ਵੀ ਜਿਹੜੇ ਇੰਡੀਜੀਨੀਅਸ ਨੇ, ਬਲੈਕ ਨੇ, ਜਾਂ ਦੂਜੇ ਮਾਰਜਨਾਈਜ਼ ਸਟੂਡੈਂਟਸ ਹੈਗੇ ਆ, ਤੇ ਉਹਨਾਂ ਦੇ ਜਿਹੜੇ ਪੇਰੈਂਟਸ ਨੇ ਤੇ ਜਾਂ ਉਹਨਾਂ ਦੀਆਂ ਕਮਿਊਨਿਟੀਜ਼ ਹੈਗੀਆਂ, ਉਹਨਾਂ ਨੇ ਕੰਸਰਨ ਦੱਸਿਆ ਸੀ ਕਿ ਇਹਦਾ ਪੁਲਿਸ ਦਾ ਸਕੂਲ ਦੇ ਵਿੱਚ ਹੋਣ ਦੇ ਉੱਤੇ ਉਹਨਾਂ ਦੇ ਉੱਤੇ ਮਾੜਾ ਅਸਰ ਪੈਂਦਾ, ਉਹਨਾਂ ਨੂੰ ਇਹਦਾ ਨੁਕਸਾਨ। ਸੋ ਲਾਸਟ ਈਅਰ ਜਿਹੜੀ ਸਟੱਡੀ ਸੀਗੀ ਉਹਦੇ ਵਿੱਚ ਵੀ ਕਿਹਾ ਸੀ ਕਿ ਰਿਸਰਚ ਕੈਨੇਡੀਅਨ ਪ੍ਰੋਗਰਾਮਸ ਦੇ ਬਾਰੇ ਹੋਈ ਸੀ, ਪਰ ਮਾਰਜਨਲਾਈਜ਼ ਸਟੂਡੈਂਟਸ ਜਿਹੜੇ ਆ ਉਹ ਕਹਿੰਦੇ ਉਹ ਲੈਸ ਸੇਫ ਫੀਲ ਕਰਦੇ ਆ ਇਸ ਦੇ ਉੱਤੇ, ਤੇ ਜਾਂ ਉਹਨਾਂ ਨੂੰ ਸੈਂਸ ਆਫ ਜਿਹੜੀ ਕ੍ਰਿਮੀਨਲਾਈਜੇਸ਼ਨ ਆਉਂਦੀ ਆ, ਜਾਂ ਜਿਹੜੇ ਆਫੀਸਰਸ ਨੇ ਉਹ ਜਿਹੜੇ ਡਿਸੇਬਿਲਿਟੀ ਵਾਲੇ ਜਾਂ ਜਿਹੜੇ ਮਤਲਬ ਬਲੈਕ ਭਾਈਚਾਰੇ ਦੇ ਬੱਚੇ ਨੇ, ਉਹਨਾਂ ਨੂੰ ਜ਼ਿਆਦਾ ਤੰਗ ਕਰਦੀ ਆ ਪੁਲਿਸ ਦੂਜਿਆਂ ਨਾਲ, ਤੇ ਉਹਨਾਂ ਨੂੰ ਸਿੱਧਾ ਸਕੂਲ ਦੇ ਵਿੱਚ ਵਿਤਕਰਾ ਹੁੰਦਾ। ਤੇ ਉਹ ਜਿਹੜੇ ਇਹ ਮਾਈਨੋਰਿਟੀ ਵਾਲੇ ਨੇ ਉਹ ਕਹਿੰਦੇ ਸਾਡੇ ਨਾਲ ਬਾਕੀ ਕੋਈ ਧੱਕਾ ਨਹੀਂ ਕਰਦਾ, ਸਾਡੇ ਨਾਲ ਤਾਂ ਪੁਲਿਸ ਹੀ ਧੱਕਾ ਕਰਦੀ ਹੈ, ਇਹਨਾਂ ਨੂੰ ਇੱਥੋਂ ਹਟਾ ਦਿਓ, ਸਾਡੀ ਸਮੱਸਿਆ ਹੱਲ ਆ। ਪਰ VOTING ਹੁਣ ਇਹ ਹੋਈ ਆ ਕਿ ਲੇਜ਼ਨ ਆਫੀਸਰਸ ਉੱਥੇ ਲਾਏ ਜਾਣੇ ਆ, ਤਾਂ ਆਪਣੇ ਆਪ ਦੇ ਵਿੱਚ ਕਾਫੀ ਜਿਹੜਾ ਡਿਬੇਟ ਵਾਲਾ ਮਾਮਲਾ ਆ ਕਿ ਇਹਨਾਂ ਦਾ ਉੱਥੇ ਫਾਇਦਾ ਹੈਗਾ ਆ ਜਾਂ ਇਹਨਾਂ ਦਾ ਉੱਥੇ ਹੋਣਾ ਜਿਹੜਾ ਸਕੂਲਾਂ ਦੇ ਵਿੱਚ ਇਹਨਾਂ ਲੇਜ਼ਨ ਆਫੀਸਰਸ ਦਾ ਹੋਣਾ ਨੁਕਸਾਨ ਆ। ਇਹ ਆਪਣੇ ਆਪ ਦੇ ਵਿੱਚ ਜਿਹੜਾ ਇੱਕ ਕਾਫੀ ਵੱਡਾ ਮਸਲਾ ਹੈ ਉੱਥੇ ਬਣਿਆ। ਤੇ ਹੁਣ ਜਿਹੜੀ VOTING ਹੋਈ ਹੈ ਇਸ ਤੋਂ ਬਾਅਦ ਜਿਹੜਾ ਫੈਸਲਾ ਆ ਉਹ ਲਿਆ ਜਾਊਗਾ।
ਮਹਿੰਗਾਈ ਦੇ ਕਰਕੇ ontario ਦੇ ਵਿੱਚ ਵੀ ਫੂਡ ਬੈਂਕਾਂ ਦੇ ਉੱਤੇ ਕਾਫੀ ਜ਼ਿਆਦਾ ਬੋਝ ਪਿਆ ਆ, ਪਰੇਸ਼ਾਨ ਨੇ। ਕੈਨੇਡਾ ਦੇ ਵਿੱਚ 40 ਸਾਲਾਂ ਦੀ ਮਹਿੰਗਾਈ ਨਹੀਂ ਇੰਨੀ ਹੋਈ ਜਿੰਨੀ ਇਸ ਵੇਲੇ ਚੱਲ ਰਹੀ ਆ, ਤੇ ਜਿਹੜੀਆਂ ਉੱਥੇ ਦੀਆਂ ਫੂਡ ਬੈਂਕਸ ਨੇ ਉਹਨਾਂ ਦੇ ਉੱਤੇ ਕਾਫੀ ਜ਼ਿਆਦਾ ਬੋਝ ਆ ਇਸ ਵੇਲੇ। ਉਹ ਲੋੜ 'ਚ ਨੇ, ਉਹਨਾਂ ਨੂੰ ਮਤਲਬ ਕਾਫੀ ਜ਼ਿਆਦਾ ਡਿਮਾਂਡ ਵਧੀ ਆ ਉੱਥੇ ਜਿਹੜੇ ਲੋਕ ਫੂਡ ਬੈਂਕਸ ਦੇ ਉੱਤੇ ਰਿਲਾਈ ਕਰਦੇ ਆ ਉਹਨਾਂ ਦੀ, ਤੇ ਉਹ ਹੁਣ ਲੋਕਾਂ ਦੇ ਲਈ ਮੁਸ਼ਕਲ ਹੋ ਰਿਹਾ ਗਰੀਬੀ ਦੇ ਵਿੱਚੋਂ ਬਾਹਰ ਕੱਢਣ ਦੇ ਲਈ। ਤੇ ਸਾਰੇ ਕੁਛ ਦੇ ਵਿੱਚ ਜਿਸ ਤਰੀਕੇ ਦੇ ਨਾਲ ਸੋਸ਼ਲ ਅਸਿਸਟੈਂਸ ਪ੍ਰੋਗਰਾਮ, ਹਾਊਸਿੰਗ ਜਾਂ ਦੂਜੀਆਂ ਸਮੱਸਿਆਵਾਂ ਆ ਰਹੀਆਂ, ਉਹ ਵੀ ਇਸ ਗੱਲ ਦੀ ਮੰਗ ਕਰ ਰਹੇ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਦੀ ਮਦਦ ਕੀਤੀ ਜਾਵੇ। ਤੇ ਲੋਕ ਬਹੁਤ ਚੰਗਾ ਕਰ ਰਹੇ ਆ ਜਿੱਥੇ ਤੱਕ ਕਰ ਸਕਦੇ ਆ, ਪਰ ਜਿਹੜੇ ਲੋਕ ਨੇ ਉਹਨਾਂ ਦੀਆਂ ਲੋੜਾਂ ਅਜੇ ਤੱਕ ਪੂਰੀਆਂ ਨਹੀਂ ਹੋ ਰਹੀਆਂ। ਜਿਹੜੀਆਂ ਬਹੁਤ ਸਾਰੀਆਂ ਆਰਗੇਨਾਈਜੇਸ਼ਨਸ ਨੇ ਜਿਹੜੀਆਂ ਫੂਡ ਬੈਂਕਸ ਦੇ ਨਾਲ ਪਾਰਟਨਰ ਵੀ ਕਰ ਰਹੀਆਂ ਆ, ਉਹਨਾਂ ਦੇ ਵਿੱਚ ਵੀ ਜਿਹੜੇ ਲੋਕ ਆ ontario ਦੇ ਵਿੱਚ ਜੇਕਰ ਅਪ੍ਰੈਲ 1 2021 ਤੋਂ ਲੈ ਕੇ ਅਪ੍ਰੈਲ 1 2022 ਤੱਕ ਇੱਕ ਸਾਲ ਦੇ ਵਿੱਚ ਦੇਖਿਆ ਜਾਵੇ ਤਾਂ 5,87,000 ਲੋਕਾਂ ਨੇ ਫੂਡ ਬੈਂਕ ਦੇ ਵਿੱਚ ਆਏ ਐਕਸੈਸ ਕੀਤਾ। ਉਹਨਾਂ ਨੇ ਨਾਲ 6 ਲੱਖ ਬੰਦੇ ਨੇ ਜਿਹੜੀ ਰੋਟੀ ਆ ਉਹ ਇਹਨਾਂ ਫੂਡ ਬੈਂਕਾਂ ਦੇ ਉੱਤੋਂ ਖਾਧੀ ਆ, ਤੇ ਜਿਹੜੀਆਂ 4.3 ਮਿਲੀਅਨ ਤੋਂ ਜ਼ਿਆਦਾ ਵਿਜ਼ਿਟ ਦੱਸੀਆਂ ਜਾ ਰਹੀਆਂ, ਤੇ ਇਹ 15% ਵਾਧਾ ਆ। ਤੇ ਤੁਸੀਂ ਲਾ ਲਓ ਵੀ ਪਿਛਲੇ ਸਮੇਂ ਦੇ ਨਾਲੋਂ, ਤੇ ਇਹ ਮੰਗ ਲਗਾਤਾਰ ਵੱਧਦੀ ਜਾ ਰਹੀ ਆ। ਜਿਹੜੇ ਲੋਕ ਫੂਡ ਬੈਂਕਾਂ ਦੇ ਉੱਤੇ ਡਿਪੈਂਡ ਕਰ ਰਹੇ ਆ, ਜਿਹੜੀ ਹੰਗਰ ਰਿਪੋਰਟ ਆ ਉਹਦੇ ਵਿੱਚ ਇਹ ਕਿਹਾ ਗਿਆ ਸੀ ਕਿ 2022 ਦੇ ਪਹਿਲੇ 9 ਮਹੀਨਿਆਂ ਦੇ ਵਿੱਚ ਜਿਹੜੇ ਲੋਕ ਫੂਡ ਬੈਂਕਾਂ ਦੇ ਵਿੱਚ ਆ ਰਹੇ ਆ ਉਹਨਾਂ ਦੀ ਗਿਣਤੀ 24% ਵੱਧ ਗਈ ਹੈ। ਜੇਕਰ ਇੰਨੇ ਸਮੇਂ ਨੂੰ ਹੀ 2021 ਦੇ ਹਿਸਾਬ ਨਾਲ ਦੇਖਿਆ ਜਾਵੇ, 2021 ਦੇ ਵਿੱਚ ਜਿਹੜੇ ਪਹਿਲੇ 9 ਮਹੀਨੇ ਸੀ ਉਹਨਾਂ ਨਾਲੋਂ 22 ਦੇ ਵਿੱਚ ਮਤਲਬ ਭੁੱਖ ਵੱਧ ਰਹੀ ਆ। ਕੈਨੇਡਾ ਦੇ ਵਿੱਚ ਭੁੱਖੇ ਲੋਕਾਂ ਦੀ ਗਿਣਤੀ ਵੱਧ ਰਹੀ ਆ, ਉਹਨਾਂ ਲੋਕਾਂ ਦੀ ਗਿਣਤੀ ਵੱਧ ਰਹੀ ਆ ਜਿਨ੍ਹਾਂ ਕੋਲੇ ਖਾਣ ਲਈ ਖਾਣਾ ਹੈ ਨਹੀਂ, ਉਹ ਕੰਮ ਕਰਦੇ ਆ ਜਾਂ ਨਹੀਂ ਕਰਦੇ। ਕਾਸਟ ਆਫ ਲਿਵਿੰਗ ਬਹੁਤ ਹੋ ਗਈ ਹੈ, ਗਰੋਸਰੀ ਦੇ ਰੇਟ ਹੀ ਇੰਨੇ ਵੱਧ ਗਿਆ। ਬਾਰ-ਬਾਰ ਅਸੀਂ ਜ਼ਿਕਰ ਕਰ ਰਹੇ ਹਾਂ ਕਿ 40 ਸਾਲਾਂ ਦੇ ਵਿੱਚ ਕੈਨੇਡਾ ਦੇ ਵਿੱਚ ਇੰਨੀ ਮਹਿੰਗਾਈ ਨਹੀਂ ਹੋਣੀ ਜਿੰਨੀ ਇਸ ਵੇਲੇ ਹੋਈ ਹੈ। 1980 ਤੋਂ ਬਾਅਦ ਪਹਿਲਾ ਸਮਾਂ ਆ ਕਿ ਇੱਥੇ ਤੱਕ ਜਿਹੜੀ ਆ ਇਨਫਲੇਸ਼ਨ ਪਹੁੰਚ ਗਈ ਆ, ਤੇ ਕੁਦਰਤੀ ਤੌਰ 'ਤੇ ਫਿਰ ਹੁਣ ਜਿਹੜੇ ਲੋਕ ਨਹੀਂ ਕਿਤੇ ਉਹ ਖਾਣਾ ਖਾ ਸਕਦੇ ਉਹ ਫੂਡ ਬੈਂਕਾਂ ਦੇ ਉੱਤੇ ਜਾਣਗੇ। ਉੱਧਰਲੇ ਪਾਸੇ ਲੋਕਾਂ ਦੀ ਭੀੜ ਬਹੁਤ ਜ਼ਿਆਦਾ ਵੱਧ ਰਹੀ ਆ। ਇਹ ਫੂਡ ਬੈਂਕਾਂ ਦੇ ਲਈ ਵੀ ਇੱਕ ਚਿੰਤਾ ਵਾਲੀ ਗੱਲ ਹੈ ਇਸ ਵੇਲੇ ਬਣੀ। ਦੋਸਤੋ, ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ। ਕੱਲ੍ਹ ਤੁਹਾਡੇ ਨਾਲ ਫਿਰ ਆਪਾਂ ਹਾਜ਼ਰ ਹੋਵਾਂਗੇ, ਕੱਲ੍ਹ ਦੇ ਕੁਝ ਮੁੱਦੇ ਲੈ ਕੇ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।